ਪੰਜਾਬੀਆਂ ਨੇ ਸਾਡੇ ਐਜ਼ ਕੰਪੇਅਰ ਟੂ ਜੇ ਦਿੱਲੀ ਜਾਂ ਅੱਗੇ ਮੈਟਰੋ ਸਿਟੀਜ਼ ਨਾਲ ਕੰਪੇਅਰ ਕਰੀਏ ਸਾਡੇ ਉਹ ਸਕਿੱਲਸ ਨਹੀਂ ਬਣ ਪਾਉਂਦੇ ਸਟੂਡੈਂਟਸ ਦੇ। ਦੇਖੋ ਇੱਕ ਤਾਂ ਜਿਹੜੀ ਸਕਿੱਲਸ ਡਿਵੈਲਪ ਹੋਣੀ ਨਾ, ਇੱਕ ਤਾਂ ਜਿਹੜਾ ਹੈ ਕਿ ਸਟੂਡੈਂਟਸ ਦਾ ਆਪਣਾ ਇੰਟਰਸਟ ਜਿਹੜਾ ਹੈ, ਮੋਟੀਵੇਸ਼ਨ ਹੋਣੀ ਚਾਹੀਦੀ ਹੈ ਨਾ। ਇੰਗਲਿਸ਼ ਦਾ ਟੀਚਰ ਬਣਨ ਲਈ ਕੋਈ ਇਨਸਪੀਰੇਸ਼ਨ ਜਾਂ ਫਿਰ ਆਪਸ਼ਨ ਹੀ ਨਹੀਂ ਸੀ ਤੁਹਾਡੇ ਕੋਲ? ਆਪਸ਼ਨ ਦੇਖੋ, ਜਦੋਂ ਵੈਨ ਯੂ ਕਲੀਅਰ ਯੋਰ ਐਂਡ ਆਈ ਕਲੀਅਰਡ ਮਾਈ BSc, ਉਦੋਂ ਜੋ ਉਸ ਟਾਈਮ ਸਟੇਜ ਸੀਗੀ, ਉਸ ਦੇ ਵਿੱਚ ਆਈਦਰ ਆਈ ਕੁਡ ਗੋ ਇਨ ਫॉर MSc ਬੋਟਨੀ ਔਰ ਨਮਸਕਾਰ ਤੇ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਇੱਕ ਵਾਰੀ ਫਿਰ ਤੁਹਾਡਾ ਬਹੁਤ ਸਵਾਗਤ ਹੈ ਦੱਤਾ ਟਾਕ ਸ਼ੋ ਬਾਈ ਕਪਿਲ ਵਿੱਚ। ਅੱਜ ਦੇ ਜਿਹੜੇ ਸਾਡੇ ਗੈਸਟ ਨੇ ਉਹਨਾਂ ਦੀ ਨਾ ਲਾਈਫ ਬਹੁਤ ਹੀ ਇੰਸਪਾਇਰਿੰਗ ਆ। ਮੇਰੇ ਵਰਗੇ ਬੰਦਿਆਂ ਲਈ ਬਹੁਤ ਵੱਡੀ ਇੰਸਪੀਰੇਸ਼ਨ ਆ। ਯੰਗ ਏਜ ਵਿੱਚ ਉਹਨਾਂ ਦੇ ਨਾਲ ਬਹੁਤ ਵੱਡੀ ਮਿਸ ਹੈਪਨਿੰਗ ਹੋਈ। ਉਹਨਾਂ ਦੀ ਰਾਈਟ ਆਰਮ ਪੂਰੀ ਐਕਸੀਡੈਂਟ ਵਿੱਚ ਕੱਟਣੀ ਪਈ। ਉਹਦੇ ਬਾਅਦ ਉਹਨਾਂ ਨੇ ਹਿੰਮਤ ਨਹੀਂ ਹਾਰੀ। ਜਿਸ ਤਰ੍ਹਾਂ ਮੇਰੇ ਵਰਗੇ ਕਈ ਬੰਦੇ ਲੱਖਾਂ ਕਰੋੜਾਂ ਲੋਕ ਨਾ ਬਹੁਤ ਜਲਦੀ ਹਿੰਮਤ ਹਾਰ ਜਾਂਦੇ ਨੇ। ਅਸੀਂ ਲਾਈਫ 'ਚ ਨਾ ਐਕਸਕਿਊਜ਼ਿਸ ਦੇਈਦਾ ਕਿ ਇਹ ਹੋ ਗਿਆ ਇਸ ਕਰਕੇ ਮੇਰੇ ਉਹ ਨਹੀਂ ਹੋ ਸਕਿਆ ਮੇਰੇ ਲਈ। ਉਹਨਾਂ ਨੇ ਇਹ ਕੋਈ ਐਕਸਕਿਊਜ਼ ਨਹੀਂ ਬਣਾਏ। ਉਹਨਾਂ ਦੇ ਜਜ਼ਬੇ, ਉਹਨਾਂ ਦੀ ਲਾਈਫ ਦੀ ਡੈਡੀਕੇਸ਼ਨ, ਉਹਨਾਂ ਦਾ ਵਿਲ ਪਾਵਰ, ਮਤਲਬ ਉਹਨਾਂ ਨੇ ਆਪਣੀ ਜਿਹੜੀ ਬਹੁਤ ਵੱਡੀ ਮਿਸ ਹੈਪਨਿੰਗ ਸੀ, ਜੋ ਬਹੁਤ ਵੱਡਾ ਐਕਸੀਡੈਂਟ ਹੋਇਆ, ਉਹਨੂੰ ਬਹੁਤ ਮਾਈਨਰ ਕਰਤਾ ਆਪਣੀ ਅਚੀਵਮੈਂਟਸ ਦੇ ਨਾਲ। ਬਹੁਤ ਸਾਰੀ ਡਿਗਰੀ ਸੀ ਉਹਨਾਂ ਕੋਲ, MA English, MPhil, then he did PG DTE, PG CTE, ਬਹੁਤ ਸਾਰੀ ਡਿਗਰੀਜ਼ ਨੇ। ਕਾਲਜ ਵਿੱਚ ਲੈਕਚਰਰ ਰਹੇ ਨੇ, ਪ੍ਰੋਫੈਸਰ ਨਾ ਫਿਰ ਪ੍ਰੋਫੈਸਰ ਬਲਜੀਤ ਸਰ। ਗਵਰਨਮੈਂਟ ਕਾਲਜ ਗੁਰਦਾਸਪੁਰ ਵਿੱਚ ਪ੍ਰੋਫੈਸਰ ਰਹੇ ਨੇ। ਐਂਡ ਵਿੱਚ ਜਦੋਂ ਰਿਟਾਇਰਮੈਂਟ ਹੋਈ ਪ੍ਰਿੰਸੀਪਲ ਐਜ਼ ਅ ਪ੍ਰਿੰਸੀਪਲ ਰਿਟਾਇਰ ਹੋਏ ਨੇ। ਹੁਣ ਆਪਣੀ ਰਿਟਾਇਰਡ ਲਾਈਫ ਬਹੁਤ ਵਧੀਆ ਇੰਜੋਏ ਕਰ ਰਹੇ ਨੇ ਅਤੇ ਨਾਲ ਆਇਲਸ ਦੇ ਅੱਜ ਕੱਲ੍ਹ ਐਗਜ਼ਾਮੀਨਰ ਨੇ ਪਿਛਲੇ 15 ਸਾਲ ਤੋਂ। ਅਤੇ ਆਓ ਮਿਲਦੇ ਹਾਂ ਸਾਡੇ ਰਿਸਪੈਕਟਡ RS ਢਿੱਲੋਂ ਸਰ ਨਾਲ। ਢਿੱਲੋਂ ਸਰ, ਬਹੁਤ ਸਵਾਗਤ ਹੈ ਤੁਹਾਡਾ ਸਾਡੇ ਸ਼ੋਅ ਵਿੱਚ। ਥੈਂਕ ਯੂ ਫॉर ਇਨਵਾਈਟਿੰਗ ਮੀ। ਤੁਸੀਂ ਨਾ ਸਟਾਰਟਿੰਗ ਤੋਂ ਹੀ ਜਿਹੜੇ ਵੀ ਸਟੂਡੈਂਟ ਲਾਈਕ 90s 80s ਜਾਂ 2000 ਵਿੱਚ ਕਾਲਜ ਪੜ੍ਹੇ ਨੇ, ਉਹਨਾਂ ਸਾਰੇ ਸਟੂਡੈਂਟ ਵਾਸਤੇ ਤੁਸੀਂ ਬਹੁਤ ਵੱਡੀ ਇੰਸਪੀਰੇਸ਼ਨ ਹੋ। ਕਿਉਂਕਿ ਉਸ ਟਾਈਮ ਤੋਂ ਅਸੀਂ ਤੁਹਾਨੂੰ ਦੇਖ ਰਹੇ ਸੀ ਕਿ ਹਾਊ ਯੂ ਮੈਨੇਜਡ ਵਿਦ ਸਿੰਗਲ ਆਰਮ। ਲਾਈਕ ਉਸ ਟਾਈਮ 'ਤੇ ਤੁਸੀਂ ਆਟੋਮੈਟਿਕ ਕਾਰ ਚਲਾਉਂਦੇ ਸੀ, ਸਕੂਟਰ ਚਲਾਉਂਦੇ ਸੀ। ਐਜੂਕੇਸ਼ਨ ਤਾਂ ਚਲੋ ਬਾਅਦ ਦੀ ਗੱਲ ਹੈ, ਉਹੀ ਬਹੁਤ ਵੱਡਾ ਜਜ਼ਬਾ ਸੀ ਅਤੇ ਇੱਕ ਇੰਸਪੀਰੇਸ਼ਨ ਸੀ ਸਾਰਿਆਂ ਵਾਸਤੇ। ਲਾਈਫ ਜਿਹੜੀ ਹੈ ਇਹ ਪ੍ਰੋਸੈਸ ਇਹਨੂੰ ਕਹਿੰਦੇ ਨੇ, ਔਰ ਇਹ ਕੰਟੀਨਿਊ ਰਹਿਣਾ ਚਾਹੀਦਾ ਹੈ। ਔਰ ਮੈंने ਪੂਰੀ ਕੋਸ਼ਿਸ਼ ਕੀਤੀ ਕਿ ਡਿਸਪਾਈਟ ਮਾਈ ਐਕਸੀਡੈਂਟ ਵੈਨ ਆਈ ਵਾਜ਼ 19 ਉਦੋਂ ਹੀ ਐਕਸੀਡੈਂਟ ਹੋ ਗਿਆ ਅਤੇ ਅਨਫੋਰਚੂਨੇਟਲੀ, ਪਰ ਮੈਂ ਉਸ ਨੂੰ ਪਿੱਛੇ ਕਰ ਦਿੱਤਾ ਔਰ ਫਿਰ ਆਪਣੇ ਲੈਫਟ ਹੈਂਡ ਨਾਲ ਪ੍ਰੈਕਟਿਸ ਕੀਤੀ। BSc ਕੀਤੀ, ਫਿਰ MA ਇੰਗਲਿਸ਼ ਕੀਤੀ, ਫਿਰ ਹੈਦਰਾਬਾਦ ਦੇ 2 ਸਪੈਸ਼ਲ ਟੀਚਿੰਗ ਡਿਗਰੀਜ਼ ਨੇ ਉਹ ਕੀਤੀਆਂ ਔਰ ਇਸ ਤਰ੍ਹਾਂ ਆਪਣਾ ਕਰੀਅਰ ਜਿਹੜਾ ਹੈ ਟੀਚਿੰਗ ਦੀ ਤਰਫ ਲੈ ਗਿਆ। ਔਰ ਇਸ ਦੇ ਨਾਲ ਲਾਈਫ ਵੀ ਜਿਹੜੀ ਹੈ ਉਹ ਅੱਗੇ ਪ੍ਰੋਗਰੈਸ ਕਰਦੀ ਰਹੀ। ਮੈਂ ਕੋਈ ਕਰੀਬ 32 ਈਅਰਸ ਜਿਹੜਾ ਹੈ ਉਹ ਕਾਲਜ ਦੀ ਜੋਬ ਕੀਤੀ ਹੈ ਔਰ ਉਸ ਤੋਂ ਬਾਅਦ ਫਿਰ IELTS ਦਾ ਐਗਜ਼ਾਮੀਨਰ ਬਣ ਗਿਆ, ਜਿਹੜਾ ਕਿ ਮੈਂ ਹੁਣ ਲਾਸਟ 16 ਈਅਰਸ ਤੋਂ ਕਰੀਬ ਜਿਹੜਾ ਹੈ ਉਹ ਕੰਮ ਕਰ ਰਿਹਾ ਹਾਂ ਔਰ ਆਪਣਾ ਕੰਮ ਅਜੇ ਵੀ 75 ਈਅਰਸ ਦੀ ਏਜ ਵਿੱਚ ਵੀ ਇੰਜੋਏ ਕਰ ਰਿਹਾ ਹਾਂ। ਸਰ, ਇੱਕ ਨਾ ਕੋਈ ਬੱਚਾ ਜਾਂ ਕਿਸੇ ਨੂੰ ਪ੍ਰੋਬਲਮ ਬਾਏ ਬਰਥ ਹੋਏ ਨਾ, ਉਹ ਤਾਂ ਚਲੋ ਸਟਾਰਟਿੰਗ ਤੋਂ ਹੀ ਆਦਤ ਬਣ ਜਾਂਦੀ ਹੈ। ਬਟ ਜਦੋਂ ਇੱਕ ਬੰਦਾ ਨੋਰਮਲ ਹੈ, ਉਹਦਾ ਮੇਜਰ ਐਕਸੀਡੈਂਟ ਹੋ ਜਾਏ, ਉਹਦੇ ਬਾਅਦ ਲਾਈਫ ਬਹੁਤ ਮੁਸ਼ਕਿਲ ਹੋ ਜਾਂਦੀ ਹੈ। ਜਿਸ ਤਰ੍ਹਾਂ ਐਜ਼ ਯੂ ਸੈਡ ਕਿ ਤੁਸੀਂ ਪਹਿਲੇ ਰਾਈਟ ਹੀ ਸੀ, ਬਟ ਆਫਟਰ ਐਕਸੀਡੈਂਟ ਯੂ ਹੈਡ ਟੂ ਸਟਾਰਟ ਵਰਕ ਵਿਦ ਯੂਅਰ ਲੈਫਟ ਆਰਮ ਨਾ। ਕਿੰਨਾ ਕੁ ਮੁਸ਼ਕਿਲ ਰਿਹਾ ਹੈ ਸਾਰਾ ਚੀਜ਼ਾਂ? ਦੇਖੋ, ਲੈਫਟ ਹੈਂਡ ਨਾਲ ਮੈਂ ਪ੍ਰੈਕਟਿਸ ਕੀਤੀ ਕਾਫੀ ਔਰ ਮੈਂ ਜਦੋਂ ਮੇਰਾ ਐਕਸੀਡੈਂਟ ਹੋਇਆ +2 ਦੇ ਵਿੱਚ ਸੀ, ਮੈਂ ਪੜ੍ਹਦਾ ਸੀ ਗੱਲ ਜਾਂ ਪ੍ਰੀ ਮੈਡੀਕਲ ਉਸ ਟਾਈਮ ਕਹਿੰਦੇ ਨੇ। ਔਰ ਬੇਰਿੰਗ ਕਾਲਜ ਦੇ ਵਿੱਚ ਮੇਰੇ ਇੱਕ ਟੀਚਰ ਸੀਗੇ ਮੈਡਮ ਹੰਬੀ, ਉਹ ਮੈਨੂੰ ਪ੍ਰੀ ਮੈਡੀਕਲ ਵਿੱਚ ਪੜ੍ਹਾਉਂਦੇ ਸੀਗੇ ਔਰ ਬੜਾ ਉਹ ਮੇਰਾ ਉਹਨਾਂ ਨਾਲ ਬੜਾ ਲਗਾਵ ਸੀ। ਉਹ ਵੀ ਬੜਾ ਪਿਆਰ ਕਰਦੇ ਸੀ। ਔਰ ਜਦੋਂ ਮੇਰਾ ਐਕਸੀਡੈਂਟ ਹੋਇਆ ਤਾਂ ਹਸਪੀਟਲ ਦੇ ਵਿੱਚ ਅੰਮ੍ਰਿਤਸਰ ਇੱਕ ਲੈਫਟ ਹੈਂਡ ਨਾਲ ਪੈਨ ਹੁੰਦਾ ਸਪੈਸ਼ਲ ਲਿਖਣ ਵਾਲਾ, ਉਹ ਮੇਰੇ ਲਈ ਉਹਨਾਂ ਨੇ 2 ਪੈਨ ਜਿਹੜੇ ਸੀ ਉਸ ਪੈ ਦੇ ਲੋ ਹਿਗਲਰ ਦੋ। ਅੱਛਾ। ਐਂਡ ਸ਼ੀ ਹੈਂਡਡ ਦੀ 2 ਪੈਨਸ ਟੂ ਮੀ। ਉਹਨਾਂ ਨੂੰ ਕਿਹਾ ਕਿ ਪ੍ਰੈਕਟਿਸ ਕਰੋ ਔਰ ਯੂ ਹੈਵ ਦੀ ਅਬਿਲਿਟੀ, ਯੂ ਵਿਲ ਡੂ ਐਨੀਥਿੰਗ। ਔਰ ਫਿਰ ਡਾਕਟਰ ਪੌਲ ਲਾਬ ਨੇ ਉੱਥੋਂ ਦੇ
head of the department English थे. He came to visit me in the hospital many times. ਉਹਨਾਂ ਨੇ ਵੀ ਕਿਹਾ ਕਿ you have to continue, ਔਰ ਇਸ ਤਰ੍ਹਾਂ ਫਿਰ ਮੈਂ ਮਨ ਦੇ ਵਿੱਚ ਜਿਹੜਾ ਹੈ ਉਹਦਾ ਵੀ ਠਾਣ ਲਿਆ. ਕੁਝ ਮੇਰੀ ਸਕੂਲਿੰਗ ਜਿਹੜੀ ਹੈ ਉਹ ਅੱਛੇ ਸਕੂਲ ਵਿੱਚ ਹੋਈ ਸੀ, ਸੈਨਿਕ ਸਕੂਲ ਕਪੂਰਥਲਾ. ਸੋ ਉਸਨੇ ਲੀਡਰਸ਼ਿਪ ਕੁਆਲਿਟੀਜ਼ ਦਿੱਤੀਆਂ ਹੋਈਆਂ ਸੀਗੀਆਂ. ਇੰਸਪੀਰੇਸ਼ਨ ਨੇੜੀ ਜੀ ਕੋ ਮੇਰੇ ਸੀਨੀਅਰ ਆਰਮੀ ਆਫਿਸਰ ਹੁੰਦੇ ਤੇ ਉਹਨਾਂ ਤੋਂ ਵੀ ਪ੍ਰਾਪਤ ਕਰਦਾ ਹੈ ਸੀਗਾ. ਸੋ ਇਸ ਤਰ੍ਹਾਂ ਲਾਈਫ ਦੇ ਐਕਸਪੀਰੀਅੰਸ ਕਰਕੇ, ਬਟ ਵਟ ਐਵਰ ਆਈ ਹੈਡ ਲਰਨਡ ਆਈ ਪੁੱਟ ਇਟ ਇਨ ਪ੍ਰੈਕਟਿਸ. ਲੈਫਟ ਹੈਂਡ ਨਾਲ ਫਿਰ ਪ੍ਰੈਕਟਿਸ ਕੀਤੀ, ਕਾਫੀ ਪ੍ਰੈਕਟਿਸ ਕੀਤੀ, ਕਾਪੀ ਤੇ ਕਾਪੀ ਭਰ ਕੇ ਪੜ੍ਹਦਾ ਹੈ ਆਹਿਸਤਾ ਆਹਿਸਤਾ. ਔਰ ਫਿਰ ਪਰਮਾਤਮਾ ਨੇ ਜਿਹੜਾ ਹੈ ਕਿ ਕਾਫੀ ਕਾਮਯਾਬੀ ਹੋਈ ਸੀ ਪ੍ਰੈਕਟਿਸ. ਜਦੋਂ ਮੈਂ BSc 'ਚ ਪੜ੍ਹਦਾ ਸੀਗਾ ਤਾਂ ਉਦੋਂ ਇਹ ਮੇਰੇ ਮਾਰਕਸ ਇੰਨੇ ਅੱਛੇ ਨਹੀਂ ਸੀ ਆਏ ਕਿਉਂਕਿ ਇੰਨੀ ਪ੍ਰੈਕਟਿਸ ਨਹੀਂ ਸੀ. ਮੇਰੇ ਕੁਐਸਚਨ ਜਿਹੜੇ ਸੀਗੇ ਉਹ ਪੇਪਰ ਦੇ ਵਿੱਚ ਰਹਿ ਜਾਂਦੇ ਸੀ. ਬਟ ਬਾਏ ਦ ਟਾਈਮ ਆਈ ਰੀਚ MA ਇੰਗਲਿਸ਼ ਮੇਰੀ ਪ੍ਰੈਕਟਿਸ ਕਾਫੀ ਹੋ ਗਈ ਹੋਈ ਸੀ. ਔਰ ਮੈਂ MA ਇੰਗਲਿਸ਼ ਵਿੱਚ ਕਾਫੀ ਅੱਛਾ ਕੀਤਾ. ਐਂਡ ਆਈ ਟੌਪ ਦੀ ਗੁਰੂ ਨਾਨਕ ਦੇਵ ਯੂਨੀਵਰਸਿਟੀ. ਔਰ ਜਿਸ ਤਰ੍ਹਾਂ ਕਿ ਮੇਰੇ ਟੀਚਰਸ ਨੇ ਵੀ ਬਹੁਤ ਹੀ ਜ਼ਿਆਦਾ ਮੈਨੂੰ ਪੇਸ਼ ਕੀਤਾ. ਸਰ ਐਜ਼ ਹੀ ਸਾਡੇ ਅਰਜਰ ਕਿ ਤੁਸੀਂ ਪਹਿਲੇ ਨਾ MBBS ਵਾਸਤੇ ਤਿਆਰੀ ਕਰ ਰਹੇ ਸੀ. ਜਦੋਂ ਮੈਂ ਪ੍ਰੀ ਮੈਡੀਕਲ 'ਚ ਕਲੀਅਰ ਕੀਤਾ ਉਦੋਂ ਵੀ ਮੈਂ ਮੈਰਿਟ ਸਟੂਡੈਂਟ ਸੀਗਾ. ਔਰ ਉਦੋਂ ਮੈਂ ਪ੍ਰੀ ਮੈਡੀਕਲ ਦੇ ਵਿੱਚ ਮੈਂ ਅੰਮ੍ਰਿਤਸਰ ਐਡਮਿਸ਼ਨ ਮੇਰੀ ਹੋਈ ਸੀ. ਮੈਂ ਵਾਪਸ ਆ ਰਿਹਾ ਸੀ ਕਿ ਰਸਤੇ ਵਿੱਚ ਬੱਸ ਦਾ ਐਕਸੀਡੈਂਟ ਹੋ ਗਿਆ, ਜਿਸ ਦੇ ਵਿੱਚ ਆਈ ਵਾਜ਼ ਬੈਡਲੀ ਇੰਜਰਡ. ਦੇਅਰ ਵਰ 3 ਡੈਥਸ ਆਲਸੋ. ਔਰ ਫਿਰ ਜਿਹੜਾ ਕਿ ਦੇਅਰ ਵਰ 3 ਆਪਰੇਸ਼ਨਸ ਉਹਨਾਂ ਨੇ ਕੀਤੇ ਤੇ ਟਰਾਈ ਕੀਤਾ ਆਮ ਸੇਵ ਕਰਨ, ਪਰ ਹੋ ਨਹੀਂ ਸਕੀ. ਸੋ ਆਈ ਹੈਡ ਟੂ ਡੂ ਅਵੇ ਵਿਦ ਇਟ. ਔਰ ਉਸ ਦੇ ਨਾਲ ਫਿਰ ਮੈਂ ਕਿਹਾ ਕਿ ਜੋ ਸਾਡੇ ਕੋਲ ਰਿਸੋਰਸਿਸ ਹੈ ਨੇ ਲੈਟਸ ਯੂਜ਼ ਦੋਜ਼. ਔਰ ਫਿਰ ਮੈਂ ਆਪਣੇ ਜਿੰਨੇ ਵੀ ਐਬਿਲਿਟੀਜ਼ ਸੀਗੀ, ਰਿਸੋਰਸਿਸ ਸੀਗੇ ਸਾਡੇ ਜਿਹੜਾ ਹੈ ਉਸਨੂੰ ਯੂਜ਼ ਕੀਤਾ. ਔਰ ਆਈ ਵਾਜ਼ ਏਬਲ ਟੂ ਗੋ ਅਹੈਡ ਇਨ ਲਾਈਫ. ਇੰਗਲਿਸ਼ ਦਾ ਟੀਚਰ ਬਣਨ ਲਈ ਕੋਈ ਇੰਸਪੀਰੇਸ਼ਨ ਜਾਂ ਫਿਰ ਆਪਸ਼ਨ ਹੀ ਨਹੀਂ ਸੀ ਤੁਹਾਡੇ ਕੋਲ? Option, because when you clear your and I cleared my BSc, ਉਦੋਂ ਜੋ ਉਸ ਟਾਈਮ ਸਟੇਜ ਸੀਗੀ ਉਸ ਦੇ ਵਿੱਚ either I could go in for MSc Botany or MSc Zoology. That was the only these two options were there. And ਇਹਦੇ ਵਿੱਚ ਜੋਬ ਜਿਹੜੀਆਂ ਸੀਗੀਆਂ ਕਿ ਓਪਰਚੁਨਿਟੀ ਬਹੁਤ ਲਿਮਿਟਡ ਸੀਗੀਆਂ. ਔਰ ਨਾਲੇ ਉਹਨਾਂ ਦੇ ਵਿੱਚ ਪ੍ਰੈਕਟੀਕਲਸ ਜਿਹੜੇ ਨੇ ਇਨਵੋਲਵ ਹੁੰਦੇ ਨੇ. ਯੂ ਹੈਵ ਟੂ ਡਾਇਸੈਕਟ ਥਿੰਗਸ. ਯੂ ਹੈਵ ਉਹਦੇ ਵਿੱਚ ਤਰ੍ਹਾਂ ਹੈ ਕਿ ਕਾਫੀ ਕੰਮ ਕਰਨਾ ਪੈਂਦਾ ਹੈ. ਔਰ ਜਿਹੜਾ ਕਿ ਇੱਕ ਹੱਥ ਨਾਲ ਆਲਮੋਸਟ ਡਿਫੀਕਲਟੀ ਨਹੀਂ, ਇੰਪੋਸੀਬਲ ਹੋਏ. ਸੋ ਆਈ ਚੋਜ਼ ਸ਼ਿਫਟਡ ਮਾਈ ਕਰੀਅਰ ਟੂ ਟੀਚਿੰਗ. ਮੈਨੂੰ ਪਹਿਲਾਂ ਵੀ ਇੰਗਲਿਸ਼ ਲਿਟਰੇਚਰ ਦਾ ਕਾਫੀ ਲਗਾਅ ਸੀ. ਅਬ ਮੈਂ ਕਾਫੀ ਬੁੱਕਸ ਵਗੈਰਾ ਪਹਿਲਾਂ ਲਈ ਪੜ੍ਹਦਾ ਰਹਿੰਦਾ ਹੁੰਦਾ ਸੀਗਾ. ਰੀਡਰ ਡਾਈਜੈਸਟ ਆਈ ਥਿੰਕ ਆਈ ਸਟਾਰਟਡ ਰੀਡਿੰਗ ਵੈਨ ਆਈ ਵਾਜ਼ ਇਨ 7th or 8th. Or that is one of the best, say, English monthly magazines. Or ਉਹਦੇ ਵਿੱਚ if you can understand that, I think you have a very good knowledge of English. ਔਰ ਉਹਦੇ ਨਾਲ ਮੈਨੂੰ ਕਾਫੀ ਹੈਲਪ ਹੋਈ. ਜਿਹੜੀ ਮੇਰੀ ਉਹ ਰੀਡਿੰਗ ਕੁਆਲਿਟੀਜ਼ ਹੈ, ਉਹ ਨੋਵਲਸ, ਸ਼ਾਰਟ ਸਟੋਰੀਜ਼ ਵਗੈਰਾ, ਪੋਇਟਰੀ ਦਾ ਮੇਰਾ ਕਾਫੀ ਇੰਟਰਸਟ ਹੈ ਸ਼ੁਰੂ ਦੇ ਵਿੱਚ. ਸੋ ਮੇਰੇ ਲਈ ਐਡਜਸਟ ਕਰਨਾ ਹੈ ਮੈਂ ਇੰਗਲਿਸ਼ ਦੀ ਤਰਫ ਔਰ ਟੀਚਿੰਗ ਦੀ ਤਰਫ ਹੋਣਾ ਕਰਾ ਸੀ. ਉਹ ਨੈਚੁਰਲ ਚੋਇਸ ਹੀ ਕਹਿ ਸਕਦੇ ਹੋ. ਮਤਲਬ ਆਫਟਰ MA MPhil ਫਿਰ ਤੁਸੀਂ PG DT ਤੇ PG CT ਵੀ ਕੀਤੀ ਨਾ? ਕਿਉਂਕਿ ਫਿਰ ਵੈਨ ਯੂ ਬਿਕਮ ਅ ਟੀਚਰ ਆਫ ਇੰਗਲਿਸ਼ ਇਨ ਕਾਲਜ ਔਰ ਦੇ ਕਾਲਜ ਅ ਪ੍ਰੋਫੈਸਰ ਇਨ ਇੰਗਲਿਸ਼, ਤਾਂ ਉਸ ਦੇ ਨਾਲ ਕੀ ਹੁੰਦਾ ਹੈ ਕਿ ਇੱਕ ਕਿਸਮ ਦੀ ਸਟੈਗਨੇਸ਼ਨ ਆ ਜਾਂਦੀ ਹੈ. ਸੋ ਯੂ ਹੈਵ ਟੂ ਕੰਟੀਨਿਊ, ਯੂ ਹੈਵ ਟੂ ਲਰਨ ਨਿਊ ਥਿੰਗਸ. ਉਹਦੇ ਵਿੱਚ ਕੀ ਹੁੰਦਾ ਹੈ ਕਿ ਮੈਂ MPhil ਕੀਤੀ 84-85 ਦੇ ਵਿੱਚ ਮੈਂ MPhil ਕੀਤੀ. ਅਤੇ ਉਸ ਦੇ ਨਾਲ ਵੀ ਕਾਫੀ ਨਈ ਅਚੀਵਮੈਂਟ ਜਿਹੜੀਆਂ ਪਤਾ ਲੱਗੀਆਂ. ਫਿਰ ਉਸ ਤੋਂ ਬਾਅਦ ਮੈਨੂੰ ਪਤਾ ਚੱਲਿਆ ਕਿ ਸੈਂਟਰਲ ਇੰਸਟੀਚਿਊਟ ਆਫ ਇੰਗਲਿਸ਼ ਹੈਦਰਾਬਾਦ ਵਿੱਚ ਦੈਟ ਇਜ਼ ਦੀ ਬੈਸਟ ਇੰਗਲਿਸ਼ ਸੈਂਟਰ ਇਨ ਇੰਡੀਆ, ਜਿਹੜਾ ਗੱਲ ਯੂਨੀਵਰਸਿਟੀ ਬਣ ਚੁੱਕਾ ਹੈ. ਇਟ ਇਜ਼ ਕਾਲਡ ਦੀ ਸੈਂਟਰਲ ਇੰਗਲਿਸ਼ ਐਂਡ ਫੋਰਨ ਲੈਂਗੁਏਜਸ ਯੂਨੀਵਰਸਿਟੀ. ਹੁਣ ਤਾਂ ਉਹਨਾਂ ਨੇ ਫੋਰਨ ਲੈਂਗੁਏਜਸ ਦੀ ਕਾਪੀ ਉੱਥੇ ਪੜ੍ਹਾਉਂਦੇ ਹਨ. ਸੋ ਉਸ ਦੇ ਨਾਲ ਫਿਰ ਆਈ ਬਿਕੇਮ ਐਸੋਸੀਏਟਡ. ਉਹਦੇ ਵਿੱਚੋਂ ਮੈਂ ਇੱਕ ਤਾਂ ਸਰਟੀਫਿਕੇਟ ਹੈ PGCTE ਪੋਸਟ ਗ੍ਰੈਜੂਏਟ ਸਰਟੀਫਿਕੇਟ ਇਨ ਦੀ ਟੀਚਿੰਗ ਆਫ ਇੰਗਲਿਸ਼ ਉਹ ਕੀਤਾ ਉੱਥੋਂ. ਅਤੇ ਉਹਨਾਂ ਦਾ ਇੱਕ ਹੋਰ ਇਸ ਦੇ ਨਾਲ ਦੀ ਕੋਰਸ ਸੀ, ਇਸ 'ਤੇ ਬੜਾ ਐਡਵਾਂਸ ਕੋਰਸ ਦਾ ਪੋਸਟ ਗ੍ਰੈਜੂਏਟ
डिप्लोमा इन द टीचिंग ऑफ पीपल्स ਇਹ ਜਿਹੜਾ ਹੈ ਕਿ ਉਹ ਵੀ ਮੈਂ ਕੰਪਲੀਟ ਕੀਤਾ ਔਰ ਦੋਨੋਂ ਲਕੀਲੀ ਫਸਟ ਕਲਾਸ ਦੇ ਵਿੱਚ ਬੜੇ ਅੱਛੇ ਮਾਰਕਸ ਦੇ ਨਾਲ I was able to clear and I got appreciation letter from my teacher also. ਓਕੇ ਸਰ, ਜੇ ਪਿਛਲੇ 30-35 ਸਾਲ ਤੋਂ ਦੇਖੀਏ ਗਵਰਨਮੈਂਟ ਕਾਲਜ ਗੁਰਦਾਸਪੁਰ ਸਟੱਡੀ ਵਾਈਜ਼ ਦੇਖੀਏ ਜੋ ਪਹਿਲੇ ਸਟੈਂਡਰਡ ਸੀ ਈਅਰ ਬਾਈ ਈਅਰ ਘਟ ਰਿਹਾ ਉਹ ਤੁਸੀਂ ਕਿਹੜੇ ਫੈਕਟਰ ਮਤਲਬ ਮੇਨ ਮੰਨਦੇ ਹੋ ਉਹਦੇ ਵਾਸਤੇ ਕਿਉਂਕਿ ਹੁਣ ਨਾ ਸਟੂਡੈਂਟਸ ਪ੍ਰਾਈਵੇਟ ਕਾਲਜਸ ਵਿੱਚ ਜਾਣਾ ਪ੍ਰੈਫਰ ਕਰਦੇ ਆ ਐਜ਼ ਕੰਪੇਅਰ ਟੂ ਗਵਰਨਮੈਂਟ ਕਾਲਜ ਗੁਰਦਾਸਪੁਰ ਗਵਰਨਮੈਂਟ ਕਾਲਜ ਦੀ ਜਿਹੜੀ ਕੋਈ ਹੈ ਨਾ ਸਾਡੇ ਸਟੋਰੀ ਉਹ ਥੋੜੀ ਹੀ ਕਾਫੀ ਡਿਫਰੈਂਟ ਹੈ। ਇੱਕ ਤਾਂ ਸਾਨੂੰ ਜਿਹੜੀ ਬਹੁਤ ਵੱਡੀ ਕਮੀ ਆਈ ਕਿ ਸਾਡੇ ਕੋਲ ਰੈਗੂਲਰ ਸਟਾਫ ਜਿਹੜਾ ਸੀ ਬਹੁਤ ਘੱਟ ਗਿਆ। ਜਿਹੜਾ ਕੁਆਲੀਫਾਈਡ ਸਟਾਫ ਸੀ ਜਿਹੜਾ ਪਬਲਿਕ ਯੂਨੀਅਨ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਦੇ ਥਰੂ ਦਾ ਸਟਾਫ ਹੁੰਦਾ ਹੈ ਉਸ ਦੀ ਰਿਕਰੂਟਮੈਂਟ ਬਹੁਤ ਲਿਮਿਟਡ ਹੋ ਗਈ। ਸੋ ਨਤੀਜਾ ਇਹ ਹੋਇਆ ਕਿ ਕਾਲਜਸ ਦੇ ਵਿੱਚ ਜਿਹੜਾ ਰੈਗੂਲਰ ਸਟਾਫ ਸੀ ਵੈਲ ਕੁਆਲੀਫਾਈਡ ਸਟਾਫ ਸੀ ਉਹ ਉਸ ਦੀ ਗਿਣਤੀ ਬਹੁਤ ਘੱਟ ਗਈ ਔਰ ਜੋ ਟੈਂਪਰੇਰੀ ਸਟਾਫ ਹੈ ਜੋ ਉਹਨੇ ਕੁਆਲੀਫਾਈਡ ਨਹੀਂ ਸੀ ਹੁੰਦੇ ਉਹਨਾਂ ਨਾਲ ਸਾਨੂੰ ਕੰਮ ਸ਼ੁਰੂ ਕਿਹਾ ਔਰ ਫਿਰ ਉਸ ਤੋਂ ਬਾਅਦ ਇੱਕ ਇਹ ਵੀ ਸਟੇਜ ਆ ਗਈ ਕਿ ਸਟੂਡੈਂਟਸ ਕੋਲੋਂ ਜਿਹੜਾ ਹੈ ਫੰਡਸ ਇਕੱਠੇ ਕਰਕੇ ਔਰ ਫਿਰ ਸਾਨੂੰ ਵੀ ਹੈਡ ਟੂ ਹਾਇਰ ਟੀਚਰਸ ਔਰ ਫਿਰ ਜਿਹੜਾ ਵੀ ਕੋਈ ਅਵੇਲੇਬਲ ਟੀਚਰ ਹੁੰਦਾ ਉਸ ਨੂੰ ਅਸੀਂ ਬਿਕੋਜ਼ ਵੀ ਹੈਵ ਟੂ ਰਨ ਦੀ ਕਲਾਸ ਸੋ ਉਹਨਾਂ ਨੂੰ ਵੀ ਰਿਕਰੂਟਮੈਂਟ ਸਾਡੀ ਗਈ। ਸੋ ਕੁਝ ਇਹ ਹੋ ਗਿਆ ਕੁਝ ਸਾਡੀ ਸਿਚੁਏਸ਼ਨ ਇਹ ਵੀ ਹੋ ਗਈ ਕਿ ਸਾਡੇ ਇੱਥੇ ਅਨਇੰਪਲੋਇਮੈਂਟ ਦਾ ਦੌਰ ਵੀ ਕਾਫੀ ਹੋ ਗਿਆ ਔਰ ਸਟੂਡੈਂਟਸ ਦਾ ਜਿਹੜੀ ਪੜ੍ਹਾਈ ਦੀ ਤਾਂ ਓਰੀਐਂਟੇਸ਼ਨ ਸੀ ਉਹ ਕਾਫੀ ਘੱਟ ਗਈ। ਮੈਡੀਕਲ ਨਾਨ ਮੈਡੀਕਲ ਜਾਂ ਬਾਅਦ 'ਚ ਤੇ ਕਾਮਰਸ ਸਾਡੇ ਕੋਲ ਆ। ਸੋ ਇਹ 3 ਫੀਲਡ ਸੀਗੇ ਜਿੱਥੇ ਕਿ ਇੰਪਲੋਇਮੈਂਟ ਦੇ ਚਾਂਸਸ ਕਾਫੀ ਸੀਗੇ। ਸੋ ਦੇ ਆਰ ਸਟੂਡੈਂਟਸ ਹੈਵ ਡਨ ਵੇਲ ਉਹਨਾਂ ਨੇ ਕਈ ਡਾਕਟਰਸ ਤਾਂ ਅਸੀਂ ਅਨਗਿਣਤ ਕਹਿ ਸਕਦੇ ਹਾਂ ਇੰਜੀਨੀਅਰਸ ਵੀ ਸਾਡੇ ਬਹੁਤ ਬਣੇ ਔਰ ਕਾਮਰਸ ਦੇ ਵਿੱਚ ਵੀ ਸਾਡੇ ਕਈ ਟੀਚਿੰਗ ਦੀ ਤਰਫ ਗਏ ਫਿਰ ਕਈ ਚਾਰਟਰਡ ਅਕਾਊਂਟੈਂਟ ਵੀ ਬਣੇ ਨੇ ਸਾਡੇ ਕਾਲਜ ਦੇ ਵਿੱਚ। ਸੋ ਇਹ ਤੇ 3 ਸਾਈਡ ਸੀਗੇ ਪਰ ਜੋ ਸਾਡਾ ਮੇਜਰ ਚੰਕ ਹੈ ਸਟੂਡੈਂਟਸ ਦਾ ਉਹ ਆਰਟਸ ਗਰੁੱਪ ਦਾ ਸੀਗਾ ਔਰ ਉਹਨਾਂ ਵਾਸਤੇ ਜਿਹੜੇ ਐਵਨਿਊਜ਼ ਅੱਗੇ ਸੀਗੇ ਉਹ ਬੜੇ ਲਿਮਿਟਡ ਸੀਗੇ ਇੰਪਲੋਇਮੈਂਟ ਲਈ ਸਪੈਸ਼ਲੀ ਪੰਜਾਬ ਦੇ ਵਿੱਚ ਕਿਉਂਕਿ ਸਾਡੇ ਇੱਥੇ ਇੰਡਸਟਰੀ ਬਹੁਤ ਘੱਟ ਹੈ ਸਿਰਫ ਲੁਧਿਆਣਾ ਏਰੀਆ ਦੇ ਵਿੱਚ ਹੀ ਹੈ ਅਤੇ ਉਹਦੇ ਕਰਕੇ ਜਿਹੜਾ ਹੈ ਸਟੂਡੈਂਟਸ ਨੂੰ ਵੀ ਜਿਹੜਾ ਹੈ ਕਿ ਉਹ ਅੱਗੇ ਕੋਈ ਆਪਸ਼ਨ ਨਜ਼ਰ ਨਹੀਂ ਸੀ ਆਉਂਦੀ। ਸੋ ਦੇ ਲੋਸਟ ਇੰਟਰਸਟ ਉਹਨਾਂ ਦਾ ਇੰਟਰਸਟ ਵੀ ਜਿਹੜਾ ਹੈ ਕਿ ਉਹ ਅਸੀਂ ਮੇਨਟੇਨ ਨਹੀਂ ਕਰ ਸਕੇ ਔਰ ਕਿਉਂਕਿ ਉਹਨਾਂ ਨੂੰ ਪਤਾ ਸੀ ਕਿ ਆਫਟਰ ਪਾਸਿੰਗ ਆਊਟ ਸਾਡੇ ਜੋਬ ਵੈਲਿਊਜ਼ ਬੜੇ ਲਿਮਿਟਡ ਨੇ। ਸੋ ਪੀਪਲ ਸਟਾਰਟਡ ਮੂਵਿੰਗ ਅਬਰੋਡ ਉਹਨਾਂ ਉੱਥੇ ਜਾਣਾ ਸ਼ੁਰੂ ਕਰ ਦਿੱਤਾ ਔਰ ਉਸ ਦੇ ਨਾਲ ਨਾਲ ਇਹ ਹੋਇਆ ਕਿ ਟੀਚਰਸ ਦੀ ਜਿਸ ਤਰ੍ਹਾਂ ਮੈਂ ਅੱਗੇ ਦੱਸਿਆ ਕਿ ਉਹ ਕੁਆਲਿਟੀ ਦਿੱਤਾ ਉਹ ਗਵਰਨਮੈਂਟ ਕਾਲਜ ਦੇ ਵਿੱਚ ਨਹੀਂ ਰਹਿ ਸਕਦੇ। ਪ੍ਰਾਈਵੇਟ ਕਾਲਜਸ ਤੇ ਗਵਰਨਮੈਂਟ ਕਾਲਜ ਦੇ ਕੋਈ ਇਹ ਲਿਮਿਟੇਸ਼ਨ ਨਹੀਂ ਹੁੰਦੀ ਹੈ ਕਿ ਟਰਾਂਸਫਰ ਹੋ ਜਾਂਦੀ ਹੈ। ਅੱਛਾ ਟੀਚਰ ਹੁੰਦਾ ਉਹਦੀ ਡਿਮਾਂਡ ਬਹੁਤ ਜਗ੍ਹਾ ਹੈ ਔਰ ਉੱਥੇ ਉਹਨੂੰ ਪੋਸਟ ਪ੍ਰਾਪਤ ਕੀਤਾ ਜਾਂਦਾ ਹੈ। ਸੋ ਇਹ ਕਈ ਕਿਸਮ ਦੀਆਂ ਲਿਮਿਟੇਸ਼ਨਸ ਵੀ ਹਨ ਔਰ ਗਵਰਨਮੈਂਟ ਕਾਲਜ ਦੇ ਵਿੱਚ ਜੇ ਅਸੀਂ ਨਿਊ ਕੋਰਸਿਸ ਸਟਾਰਟ ਕਰਨੇ ਨੇ ਉਹਦਾ ਪ੍ਰੋਸੀਜਰ ਕਾਫੀ ਲੰਬਾ ਹੁੰਦਾ ਹੈ ਔਰ ਪ੍ਰਾਈਵੇਟ ਕਾਲਜਸ ਦੇ ਵਿੱਚ ਕੀ ਹੈ ਕਿ ਉਹਨਾਂ ਕੋਲ ਜਿਹੜਾ ਹੈ ਇੰਡੀਪੈਂਡੈਂਟ ਡਿਸੀਜਨ ਲੈਣ ਦੀ ਪਾਵਰ ਕਾਫੀ ਹੁੰਦੀ ਹੈ। ਉਹਨਾਂ ਦੀ ਮੈਨੇਜਮੈਂਟ ਕਮੇਟੀ ਜਿਹੜੀ ਹੈ ਉਹ ਕਾਫੀ ਐਕਟਿਵ ਹੁੰਦੀ ਹੈ। ਦੇ ਵਾਂਟ ਨਿਊ ਕੋਰਸਿਸ ਆ ਰਹੇ ਸਾਡੇ ਕੋਲ ਵੱਧ ਤੋਂ ਵੱਧ ਔਰ ਫਿਰ ਉਹਨਾਂ ਦਾ ਇਹ ਹੁੰਦਾ ਕਿ ਜਿਹੜਾ ਸਟਾਫ ਉਹਨਾਂ ਨੇ ਅਪਾਇੰਟ ਕਰ ਲਿਆ ਹੈ ਉਹ ਇੱਕ ਖਾਸ ਕੁਆਲਿਟੀ ਦਾ ਉਹਨਾਂ ਸਟਾਫ ਵਰਕ ਕਰਦੇ UGC ਦੀਆਂ ਨੋਰਮਸ ਨੇ ਉਸਨ ਨੂੰ ਰੱਖਦੇ ਹੀ ਸਾਰੇ ਉਹਦੇ ਟੈਂਪਰੇਰੀ ਰੱਖਣਗੇ ਵੀ ਤਾਂ ਥੋੜ੍ਹੀ ਦੇਰ ਸੀ ਰੱਖਣਗੇ। ਸੋ ਉਹਦੇ ਕਰਕੇ ਉਹਨਾਂ ਨੂੰ ਬੜੀ ਐਡਵਾਂਟੇਜ ਵੀ ਹੋ ਗਈ ਕਿ ਸੇਮ ਥੋੜ੍ਹਾ ਕੁਆਲੀਫਾਈਡ ਜ਼ਿਆਦਾ ਅੱਛਾ ਕੁਆਲੀਫਾਈਡ ਸਟਾਫ ਉਹਨਾਂ ਨੂੰ ਮਿਲਣਾ ਸ਼ੁਰੂ ਹੋ ਗਿਆ ਔਰ ਫਿਰ ਉਸਕੇ ਨਾਲ ਨਾਲ ਸੇਮ ਜਗ੍ਹਾ 'ਤੇ ਉਹਨਾਂ ਨੇ ਇੱਥੇ ਜੋਬ ਕਰਤੀ ਸਾਰਾ ਉਮਰ। ਸੋ ਉਹਦੇ ਨਾਲ ਵੀ ਕਾਫੀ ਫਰਕ ਪੈ ਜਾਂਦਾ ਹੈ। ਸੋ ਇਸ ਕਰਕੇ ਕਿਉਂਕਿ ਉਹਨਾਂ ਨੂੰ ਕਲਾਸਿਸ ਤਾਂ ਉਹਨਾਂ ਦੀਆਂ ਰੈਗੂਲਰਲੀ ਲੱਗਦੀਆਂ ਸੀ ਸਾਡੇ ਲਈ ਕਈ ਵਾਰੀ ਟੀਚਰਸ ਦੀ ਸ਼ਾਰਟੇਜ ਹੁੰਦੀ ਸੀ ਕਲਾਸਿਸ ਵੀ ਲਗਾਉਣ ਦੇ ਵਿੱਚ ਕਈ ਵਾਰੀ ਪ੍ਰੋਬਲਮ ਆ ਜਾਂਦੀ ਸੀ। ਸੋ ਇਹਦੇ ਕਰਕੇ ਵੀ ਪ੍ਰੋਬਲਮ ਹੋਈ। ਇੱਕ ਸਰ ਆਪਣੇ ਪੰਜਾਬ ਦਾ ਨਾ ਜੇ ਸਟੂਡੈਂਟਸ ਦੇਖੀਏ ਸ਼ੁਰੂ ਤੋਂ ਹੀ ਮਤਲਬ ਇੰਗਲਿਸ਼ 'ਚ ਐਕਸੈਂਟ ਨਾ ਜਾਂ ਕਮਿਊਨੀਕੇਸ਼ਨ ਸਕਿੱਲਸ ਕਹਿ ਲਓ ਪੰਜਾਬੀਆਂ ਦੇ ਸਾਡੇ ਐਜ਼ ਕੰਪੇਅਰ ਟੂ ਜੇ ਦਿੱਲੀ ਜਾਂ ਅੱਗੇ ਮੈਟਰੋ ਸਿਟੀਜ਼ ਨਾਲ ਕੰਪੇਅਰ ਕਰੀਏ ਸਾਡੇ ਉਹ ਸਕਿੱਲਸ ਨਹੀਂ ਬਣ ਪਾਉਂਦੇ ਸਟੂਡੈਂਟਸ ਦੇ। ਦੇਖੋ ਇੱਕ ਤਾਂ ਜਿਹੜੇ ਸਕਿੱਲਸ ਡਿਵੈਲਪ ਹੋਣੇ ਨਾ ਇੱਕ ਤਾਂ ਜਿਹੜਾ ਹੈ ਕਿ
ਸਟੂਡੈਂਟਸ ਦਾ ਆਪਣਾ ਇੰਟਰਸਟ ਜਿਹੜਾ ਹੈ, ਮੋਟੀਵੇਸ਼ਨ ਹੋਣੀ ਚਾਹੀਦੀ ਹੈ ਨਾ। ਸਾਡੇ ਇੱਥੇ ਜਿਹੜਾ ਹੈ ਅਨਲਕੀਲੀ ਐਕਸਪੋਜ਼ਰ ਸਟੂਡੈਂਟਸ ਦਾ ਉਹਨਾਂ ਅੱਛਾ ਨਹੀਂ ਮਿਲ ਸਕਿਆ ਉਹਨਾਂ ਨੂੰ। ਉਹ ਤਾਂ ਸਰਕਾਰ ਇੰਟਰਨੈਟ ਆ ਗਿਆ ਹੈ, ਵੀ ਆਰ ਐਟ ਪਾਰ ਵਿਦ ਅਦਰ ਪਲੇਸਿਸ ਆਲਸੋ। ਜੇ ਅਸੀਂ ਚਾਹੀਏ ਤਾਂ ਅਸੀਂ ਇੰਟਰਨੈਟ ਦੇ ਉੱਤੇ ਆਪਣੇ ਇੰਗਲਿਸ਼ ਸਕਿੱਲਸ ਕਾਫੀ ਅੱਛੀ ਤਰ੍ਹਾਂ ਡਿਵੈਲਪ ਕਰ ਸਕਦੇ ਹਾਂ, ਬਟ ਸਾਨੂੰ ਮੋਟੀਵੇਸ਼ਨ ਹੋਣੀ ਚਾਹੀਦੀ ਹੈ, ਗਾਈਡੈਂਸ ਹੋਣਾ ਚਾਹੀਦਾ ਹੈ। ਸੋ ਪਹਿਲਾਂ ਤਾਂ ਇਹ ਪੋਸੀਬਲ ਨਹੀਂ ਸੀ ਹੁੰਦਾ। ਸਾਡੇ ਲਾਇਬ੍ਰੇਰੀਜ਼ ਦੀ ਇੱਥੇ ਪ੍ਰੋਬਲਮ ਸੀ, ਅੱਛੀ ਲਾਇਬ੍ਰੇਰੀ ਨਹੀਂ ਸੀ ਮਿਲਦੀ, ਔਰ ਟੀਚਰਸ ਦੀ ਵੀ ਜਿਸ ਤਰ੍ਹਾਂ ਹੈ ਕਿ ਸਕੂਲ ਟੀਚਰਸ ਸਾਡੇ ਜਿਹੜੇ ਜੀ ਅਨਲਕੀਲੀ ਸਾਡੇ ਪਰ ਉਹਨੇ ਅੱਛੇ ਟ੍ਰੇਨਡ ਜਿਹੜੇ ਨੇ ਇੰਗਲਿਸ਼ ਦੇ ਖਾਸ ਕਰਕੇ ਟੀਚਰਸ ਨਹੀਂ ਮੇਰੇ, ਕਿਉਂਕਿ ਸਾਡੇ ਸਕੂਲ ਦਾ ਸਿਸਟਮ ਇਹੋ ਜਿਹਾ ਹੈ ਕਿ ਅਸੀਂ ਰਾਈਟਿੰਗ ਤਾਂ ਆਪਣੀ ਜਿਹੜੀ ਹੈ ਉਹ ਕਾਪੀ ਠੀਕ ਕਰ ਲੈਂਦੇ ਹਾਂ, ਬਟ ਜਦੋਂ ਅਸੀਂ ਸਪੀਕਿੰਗ 'ਤੇ ਆਉਂਦੇ ਹਾਂ ਇੰਗਲਿਸ਼ ਦੀ ਜਾਂ ਫਿਰ ਗ੍ਰਾਮਰ ਪਾਰਟ ਜਿਹੜਾ ਹੈ ਉਹ ਸਾਡਾ ਕਾਫੀ ਵੀਕ ਹੈ। ਇਸ ਕਰਕੇ ਵੀ ਜੇ ਅਸੀਂ ਦੇਖੀਏ ਤਾਂ ਜਦੋਂ ਅਸੀਂ ਹੁਣ ਵੀ ਜਿਹੜੇ ਕੰਪੀਟੀਟਿਵ ਐਗਜ਼ਾਮਸ ਨੇ ਜਾਂ ਐਗਜ਼ਾਮਸ ਜਿਹੜੇ ਨਾਲ ਕਿਸੇ ਕੈਂਡੀਡੇਟਸ ਬਾਹਰ ਜਾਂਦੇ ਹਨ ਤੇ ਉਹਨਾਂ ਮੋਸਟ ਵਾਲੇ ਜਿੱਥੇ ਕਿ ਇੰਗਲਿਸ਼ ਜਿਹੜਾ ਹੈ ਉਹਨਾਂ ਦਾ ਮਦਰ ਟੰਗ ਹੈ, ਤਾਂ ਉਹਨਾਂ ਨੂੰ ਇਸ ਕਰਕੇ ਜਿਹੜਾ ਹੈ ਥੋੜ੍ਹਾ ਜਿਹਾ ਉਹਨਾਂ ਦਾ ਸਕੋਰ ਜਿਹੜਾ ਹੈ ਉਹ ਡਾਊਨ ਰਹਿੰਦਾ ਹੈ, ਕਿਉਂਕਿ ਇਹ ਜਿਹੜੀਆਂ ਫੈਸਿਲਿਟੀਜ਼ ਨੇ ਸਾਡੇ ਕੋਲ ਪਹਿਲਾਂ ਨਹੀਂ ਸੀ। ਪਰ ਹੁਣ ਕਿਉਂਕਿ ਐਵਰੀਥਿੰਗ ਇਜ਼ ਅਵੇਲੇਬਲ ਔਨ ਦੀ ਇੰਟਰਨੈਟ, ਸੋ ਸਾਨੂੰ ਚਾਹੀਦਾ ਹੈ ਕਿ ਅਸੀਂ ਉਸ ਫੈਸਿਲਿਟੀਜ਼ ਨੂੰ ਉਹਨਾਂ ਐਵੀਨਿਊਜ਼ ਨੂੰ ਜਿਹੜਾ ਹੈ ਕਿ ਨੂੰ ਅਸੀਂ ਉਸ ਨੂੰ ਪ੍ਰੋਸੈਸ ਕਰੀਏ। ਔਰ ਸਾਡੇ ਅੱਛੇ ਸਟੂਡੈਂਟਸ ਜਿਹੜੇ ਨੇ ਉਹਨਾਂ ਨੇ ਕਾਫੀ ਨੇ ਇਸ ਤੱਕ ਗੇਨ ਨਹੀਂ ਕੀਤਾ ਹੈ, ਔਰ ਇੱਥੋਂ ਸਟੂਡੈਂਟਸ ਦੇ ਆਰ ਡਨ ਵੈਲ, ਦੇ ਆਰ ਗੋਨ ਟੂ ਆਸਟ੍ਰੇਲੀਆ, ਕੈਨੇਡਾ, USA, ਨਿਊਜ਼ੀਲੈਂਡ, ਇੰਗਲੈਂਡ, ਸੋ ਜਿੰਨੇ ਵੀ ਇੰਗਲਿਸ਼ ਸਪੀਕਿੰਗ ਕੰਟਰੀਜ਼ ਨੇ ਕਾਫੀ ਸਾਡੇ ਉੱਥੇ ਸਟੂਡੈਂਟਸ ਗਏ ਆ। ਪਰ ਇਫ ਵੀ ਕੰਪੇਅਰ ਟੂ ਦਿੱਲੀ, ਚੇਨਈ, ਕੋਲਕਾਤਾ ਜਾਂ ਫਿਰ ਹੈਦਰਾਬਾਦ, ਬੈਂਗਲੌਰ, ਸੋ ਉਹਨਾਂ ਦੀ ਸਕੂਲਿੰਗ ਜਿਹੜੀ ਹੈ ਉਹ ਸਾਡੇ ਸਕੂਲਿੰਗ ਨਾਲੋਂ ਕਾਫੀ ਫਰਕ ਹੈ, ਔਰ ਇੰਗਲਿਸ਼ ਵੀ ਉੱਥੇ ਸਾਡੇ ਨਾਲੋਂ ਕਾਫੀ ਪਹਿਲਾਂ ਆ ਚੁੱਕੀ ਸੀ। ਸੋ ਉਸ ਦੇ ਨਾਲ ਜਿਹੜਾ ਹੈ ਉਹਨਾਂ ਦਾ ਕਲਚਰ ਵੀ ਥੋੜ੍ਹਾ ਸਾਡੇ ਨਾਲੋਂ ਇੰਗਲਿਸ਼ ਦੇ ਮਾਮਲੇ ਹੈ ਥੋੜ੍ਹਾ ਜਿਹਾ ਜਿਹੜਾ ਹੈ ਉਹ ਥੋੜ੍ਹਾ ਜਿਹਾ ਅੱਗੇ ਹੈ। ਪਰ ਹੁਣ ਇੱਥੇ ਕਾਫੀ ਗੈਪਸ ਜਿਹੜੇ ਹਨ ਪੰਜਾਬ ਵਿੱਚ ਵੀ ਲੋਕ ਕਵਰ ਕਰ ਰਹੇ ਹਨ। ਮੈਨੂੰ ਪਤਾ ਚੱਲਿਆ ਹੈ ਕਿ ਕਾਫੀ ਸਟੂਡੈਂਟਸ ਜਿਹੜੇ ਹਨ ਦੇ ਆਰ ਡੂਇੰਗ ਵੈਲ, ਤੇ IELTS ਵਿੱਚ ਵੀ 7 bands ਪਲੱਸ ਜਿਹੜੇ ਆ ਕਾਫੀ ਸਟੂਡੈਂਟਸ ਦੇ ਮਤ ਆ ਰਹੇ ਨੇ, ਐਂਡ ਦੇ ਆਰ ਐਟ ਪਾਰ ਵਿਦ ਐਨੀ ਅਦਰ ਸਟੂਡੈਂਟ ਇਨ ਇੰਡੀਆ। ਉਸ ਤੋਂ ਜ਼ਿਆਦਾ ਪ੍ਰਿਆ ਹੋਈ ਆਤੀ ਹੈ, ਬਟ ਵੀ ਹੈਵ ਟੂ ਮੇਕ ਐਨ ਐਫਰਟ। ਯੈਸ ਯੂ ਹੈਵ ਇਟ ਕਰਨਾ ਨੇ, ਸਾਡੇ ਕੋਲ ਗਾਈਡੈਂਸ ਹੋਏਗੀ ਤਾਂ ਸਟੂਡੈਂਟਸ ਦਾ ਕੈਲੀਬਰ ਸਾਡਾ ਉਨਾ ਹੀ ਹੈ ਜਿੰਨਾ ਕਿ ਬਾਹਰ ਵਾਲੇ ਸਟੂਡੈਂਟ ਦਾ, ਸਿਰਫ ਅਪੋਰਚੁਨਿਟੀਜ਼ ਨੂੰ ਯੂਟਿਲਾਈਜ਼ ਨਹੀਂ ਕਰ ਪਾ ਰਹੇ ਨੇ। ਸਰ ਇੱਕ ਆਇਲਸ ਨਾ ਇਕੱਲੇ ਪੰਜਾਬ ਦੇ ਸਟੂਡੈਂਟਸ ਵਾਸਤੇ ਬਹੁਤ ਹਊਆ ਟਾਈਪ ਹੈ। ਆਇਲਸ ਕਲੀਅਰ ਕਰਨਾ ਆ ਵਧੀਆ ਬੈਂਡ ਲੈਣੇ, ਬਟ ਬਾਕੀ ਜੇ ਅਦਰ ਸਟੇਟਸ ਦੇਖੀਏ ਇਹ ਸਾਰੇ ਸਟੇਟਸ ਦੀ ਇਹ ਪ੍ਰੋਬਲਮ ਹੈ। ਸਿਰਫ ਸਾਡੇ ਮੈਟਰੋਪੋਲੀਟਨ ਸਿਟੀਜ਼ ਨੇ ਜਿਹੜੇ ਮੈਂ ਅੱਗੇ ਮੈਂਸ਼ਨ ਕੀਤੇ ਨੇ 5-6, ਉਹਨਾਂ ਦਾ ਸਕੋਰ ਜਿਹੜਾ ਹੈ ਉਹ ਬੈਟਰ ਹੈ। ਬਾਕੀ ਅਸੀਂ ਜੇ ਕਾਊਂਟ ਕਰੀਏ ਤਾਂ ਦੇਖੀਏ ਪੰਜਾਬ ਹੋ ਗਿਆ, ਹਿਮਾਚਲ ਹੋ ਗਿਆ, JNK ਹੋ ਗਿਆ, ਰਾਜਸਥਾਨ, UP, ਕਿ ਪੰਜਾਬ ਤੋਂ ਜਿਹੜਾ ਥੋੜ੍ਹੇ ਜਿਹੇ ਪਿੱਛੇ ਹੀ ਬਣ ਸਾਡਾ ਐਜੂਕੇਸ਼ਨ ਸਿਸਟਮ ਦਾ ਨਾਲੋਂ ਅਜੇ ਵੀ ਬੈਟਰ ਹੈ। ਅਸੀਂ JNK ਨਾਲ ਕੰਪੇਅਰ ਕਰੀਏ, ਹਿਮਾਚਲ ਨਾਲ ਕੰਪੇਅਰ ਕਰੀਏ, ਰਾਜਸਥਾਨ ਨਾਲ, UP ਨਾਲ, ਨਾਰਥ ਇੰਡੀਆ ਦੇ ਵਿੱਚ ਜਿਹੜੀਆਂ ਦੇ ਸਟੇਟਸ ਨੇ, ਪੰਜਾਬ ਨੂੰ ਮੈਂ ਆਈ ਵਿਲ ਸਟਾਈਟ ਗਿਵ ਇਟ ਅ slightly higher rating, ਅਜੇ ਵੀ ਅਸੀਂ ਇਹਨਾਂ ਨਾਲ ਥੋੜ੍ਹੇ ਜਿਹੇ ਅੱਛੇ ਹਾਂ। ਬਟ ਵੈਨ ਵੀ ਆਰ ਇਨ ਕੰਪੀਟੀਸ਼ਨ ਵਿਦ ਸੇ ਮੈਟਰੋ ਸਿਟੀਜ਼ ਤਾਂ ਉਹਦੇ ਲਈ ਵੀ ਹੈਵ ਟੂ ਮੇਕ ਜਿਹੜਾ, ਔਰ ਮੇਰੇ ਖਿਆਲ ਤੁਸੀਂ ਜਾਣਦੇ ਵੀ ਹੋ ਕਿ ਪੰਜਾਬ ਤੋਂ ਹੀ ਜਿਹੜੇ ਸਟੂਡੈਂਟਸ ਬਾਹਰ ਗਏ ਹਨ ਸ਼ਾਇਦ ਹੀ ਕਿਸੇ ਸਟੇਟ 'ਚ ਗਏ ਹੋਣਗੇ, ਔਰ ਇਹ ਸਾਰੇ IELTS से 2 ਜਾਂ more एग्जाम पास करके गए हैं। सो दैट इज़ लाइक वन रीज़न दैट वी आर डूइंग वेल ऑल्सो। ये नहीं कि ਅਸੀਂ ਨੇ ਹਾਇਰ ਸਕੋਰਸ ਤੱਕ ਨਹੀਂ ਪਹੁੰਚ ਸਕੇ, ਸਾਡੇ ਸਟੂਡੈਂਟ ਦੇ ਆ ਦੇ ਆਰ ਕੰਪੈਰੀਟਿਵ ਔਰ ਬਾਹਰ ਦੇ ਵਿੱਚ ਆ ਰਹੇ ਆ। ਸਰ ਕੈਨ ਯੂ ਗਿਵ one simple tip how to improve communication skill? About your communication skill and your English in general, right from the childhood, ਜਦੋਂ ਜਿਹੜੇ ਪੇਰੈਂਟਸ ਸੀ ਉਹਨੂੰ ਅੱਛਾ ਗਾਈਡ ਕਰ ਸਕਦੇ ਨੇ। ਬੱਚਾ ਜਿਹੜਾ ਹੈ ਕਿ ਵੋਕੈਬਲਰੀ ਉਹਦੀ ਠੀਕ ਹੁੰਦੀ ਹੈ, ਐਕਸਪ੍ਰੈਸ ਵੀ ਉਹ ਕਰ ਸਕਦਾ ਹੈ, ਪਰ ਕੀ ਹੁੰਦਾ ਹੈ ਕਿ ਜੋ ਗ੍ਰਾਮਰ ਪਾਰਟ ਹੈ, ਜੇ ਸਾਡੀ ਗ੍ਰਾਮਰ ਵਿੱਚ ਅਸੀਂ ਮਿਸਟੇਕਸ ਕਰਾਂਗੇ, ਅਸੀਂ ਸਿੰਪਲ ਸੈਂਟੈਂਸ ਨਹੀਂ ਬਣਾ ਸਕਦੇ, ਕੰਪਾਊਂਡ ਨਹੀਂ ਬਣਾ ਸਕਦੇ, ਕੰਪਲੈਕਸ ਸੈਂਟੈਂਸਿਸ ਨਹੀਂ ਬਣਾ ਸਕਦੇ, ਕੁਐਸਚਨਸ ਨਹੀਂ ਕਰੈਕਟਲੀ ਫਾਰਮ ਕਰ ਸਕਦੇ, ਤਾਂ ਉਸ ਦੇ ਨਾਲ ਕੀ ਹੈ ਕਿ ਸਾਡਾ ਸਕੋਰ
ਕਾਫੀ ਡਾਊਨ ਆ ਜਾਂਦਾ ਹੈ ਹਰ ਐਗਜ਼ਾਮ ਦੇ ਵਿੱਚ ਹੀ। ਇਸ ਤਰ੍ਹਾਂ ਇੱਕ ਪ੍ਰੋਨੰਸੀਏਸ਼ਨ ਹੈ ਸਾਡੀ, ਜੇ ਅਸੀਂ ਠੀਕ ਤਰ੍ਹਾਂ ਪ੍ਰੋਨਾਊਂਸ ਨਹੀਂ ਕਰ ਸਕਦੇ, ਅਸੀਂ ਇੱਕ ਫਲੋ ਨਹੀਂ ਦੇ ਸਕਦੇ, ਇੱਕ ਰਿਦਮ ਨਹੀਂ ਦੇ ਸਕਦੇ ਇੰਗਲਿਸ਼ ਨੂੰ, ਉਹ ਵੀ ਜਿਹੜਾ ਹੈ ਇਵੈਲੂਏਸ਼ਨ ਦੇ ਵਿੱਚ ਆਉਂਦਾ ਹੈ। ਔਰ ਵੀ ਨੀਡ ਟੂ ਪ੍ਰੈਕਟਿਸ ਦੈਟ। ਮੈਂ ਕਹਾਂਗਾ ਕਿ ਸਟੂਡੈਂਟ ਨੂੰ ਚਾਹੀਦਾ ਹੈ ਕਿ ਆਪਣੀ ਵੌਇਸ ਰਿਕਾਰਡ ਕਰਨ, ਔਰ ਮੰਤਾਂ ਜਿਹੜਾ ਹੈ ਕਿ ਨੈਟ ਦੇ ਉੱਤੇ ਵੀ ਅਵੇਲੇਬਲ ਹੈ ਕਿ 7 ਬੈਂਡ 8 ਬੈਂਡ 9 ਬੈਂਡ ਜਿਨ੍ਹਾਂ ਨੇ ਸਕੋਰ ਕੀਤਾ ਹੈ, ਇਹਨਾਂ ਨੇ 6 ਬੈਂਡ ਸਕੋਰ ਕੀਤਾ ਹੈ, ਉਹ ਦੇਖਣ ਕਿ ਉਹਨਾਂ ਦਾ ਕੀ ਤਰੀਕਾ ਹੈ ਬੋਲਣ ਦਾ, ਕੀ ਤਰੀਕਾ ਹੈ ਕੁਐਸਚਨ ਨੂੰ ਆਨਸਰ ਕਰਨ ਦਾ, ਉਹ ਦੇ ਕੈਨ ਲਰਨ ਫਰੋਮ ਇਟ। ਔਰ ਕੋਈ ਇੰਨਾ ਮੁਸ਼ਕਿਲ ਨਹੀਂ ਹੈ, ਬਟ ਵੀ ਹੈਵ ਟੂ ਮੇਕ ਐਨ ਐਫਰਟ ਐਂਡ ਬੀ able to say follow the correct guidance। ਇਸ ਤਰ੍ਹਾਂ ਕਰਨਾ ਦੇ number of IELTS coaching center have been closed ਜਾਂ closing day by day, ਉਹਦਾ ਰੀਜ਼ਨ ਕੀ ਹੈ, ਕਿਉਂ ਮਤਲਬ ਬੰਦ ਹੋ ਰਿਹਾ ਅਬਰੋਡ, ਮਤਲਬ ਕੰਟਰੀਜ਼ ਜਿਹੜੀਆਂ ਉਹ ਘੱਟ ਬੁਲਾਉਣਾ ਚਾਹ ਰਹੀਆਂ, ਜਾਂ ਮੇਨ ਰੀਜ਼ਨ ਕੀ ਉਹਦਾ? ਇਸ ਤਰ੍ਹਾਂ ਹੈ ਕਿ ਜਿਹੜਾ ਇਹ ਜਿਹੜੀਆਂ ਮੇਜਰ ਕੰਟਰੀਜ਼ ਨੇ, ਮੈਂ ਜਿਸ ਤਰ੍ਹਾਂ ਅੱਗੇ ਵੀ ਨਾਮ ਲਿਆ, ਕੈਨੇਡਾ, US ਤੇ ਆਸਟ੍ਰੇਲੀਆ, ਨਿਊਜ਼ੀਲੈਂਡ, ਇੰਗਲੈਂਡ, ਇਹ ਨੇ ਤੇ ਕਿ ਸਾਡੇ ਸਟੂਡੈਂਟਸ ਜ਼ਿਆਦਾ ਜਾਂਦੇ ਵੀ। ਇਹਨਾਂ ਵਿੱਚ ਕੀ ਹੈ ਕਿ ਜਦੋਂ ਕੋਵਿਡ ਆਇਆ ਨਾ 2021 ਦੇ ਵਿੱਚ, ਦੇਅਰ ਵਾਜ਼ ਨੋ ਇਲਟੇ, ਉਦੋਂ ਕੋਈ ਸਟੂਡੈਂਟਸ ਜਿਹੜੇ ਹਨ ਇੱਥੇ ਨਹੀਂ ਗਏ। ਔਰ ਕੀ ਹੋਇਆ ਕਿ ਉਹਨਾਂ ਦਾ 2 ਇਅਰਸ ਦਾ ਜਿਹੜਾ ਕੋਟਾ ਸੀ ਉਹ ਇਕੱਠਾ ਹੋ ਗਿਆ ਸਾਰਾ, ਔਰ 22, 23, 24 ਦੇ ਵਿੱਚ ਉਹਨਾਂ ਨੇ ਕੋਟਾ ਜਿਹੜਾ ਸੀ ਪਿੱਛੇ ਐਡ ਕਰਕੇ ਐਡੀਸ਼ਨਲ ਸਟੂਡੈਂਟਸ ਜਿਹੜੇ ਹਨ ਉਹ ਮੰਗਵਾਇਆ। ਔਰ ਨਤੀਜਾ ਕੀ ਹੋਇਆ ਕਿ ਉਹਨਾਂ ਦਾ ਜਿਹੜਾ ਬੈਕਲੌਗ ਸੀਗਾ 2 ਸਾਲ ਦਾ, ਉਹ ਜਿਹੜਾ ਸੀਗਾ ਕਿ ਉਹਨਾਂ ਨੇ ਕੰਪਲੀਟ ਕਰ ਲਿਆ ਤਕਰੀਬਨ। ਉਹਨਾਂ ਦਾ ਜੋ ਨਾਰਮਲ ਇਨਟੇਕ ਹੈ ਉਹ ਸਟਾਰਟ ਹੋ ਗਈ ਹੈ। ਔਰ ਨਾਰਮਲ ਇਨਟੇਕ ਜਦੋਂ ਸਟਾਰਟ ਹੋ ਜਾਂਦੀ ਹੈ ਨਾ, ਕੀ ਹੁੰਦਾ ਹੈ ਕਿ ਕੰਪੀਟੀਸ਼ਨ ਵੱਧ ਜਾਂਦਾ ਹੈ। ਕਿ ਜੇ ਉਹ ਫੋਰ ਐਗਜ਼ਾਮਪਲ ਅੱਗੇ ਉਹ 5000 ਸਟੂਡੈਂਟਸ ਲੈ ਰਹੇ ਸੀ, ਉਹਨੂੰ 3000 ਸਟੂਡੈਂਟਸ ਲੈ ਰਹੇ ਹਨ ਕਿਸੇ ਯੂਨੀਵਰਸਿਟੀ ਦੇ ਵਿੱਚ, ਤਾਂ ਹੁਣ ਜੋ 3000 ਸਟੂਡੈਂਟਸ ਨੇ ਉਹਨਾਂ ਵਿੱਚ ਕੰਪੀਟੀਸ਼ਨ ਜ਼ਿਆਦਾ ਹੋਏ ਸੀ। ਔਰ ਪਹਿਲਾਂ ਜਿੱਥੇ 22,000 ਚਲੇ ਜਾਂਦੇ ਸੀ ਵਾਰੀ, ਉਹ ਹੁਣ ਕੀ ਹੈ ਕਿ ਉੱਥੇ 3000 ਵੀ ਜਾਂਦੇ ਹਨ। ਔਰ ਉਸ ਦੇ ਵਿੱਚ ਕੰਪੀਟੀਸ਼ਨ ਹੋਣ ਕਰਕੇ ਤੁਹਾਡਾ ਸਕੋਰ ਜਿਹੜਾ ਹੈ ਜ਼ਿਆਦਾ ਅੱਛਾ ਸਕਦਾ ਹੈ, ਕਿਉਂਕਿ ਦੀ ਕੰਪੀਟੀਸ਼ਨ ਇਜ਼ ਔਨ ਆਲ ਇੰਡੀਆ ਲੈਵਲ ਜਾਂ ਵਰਲਡ ਲੈਵਲ 'ਤੇ ਤੁਸੀਂ ਕੰਪੀਟੀਸ਼ਨ ਕਹਿ ਸਕਦੇ ਹੋ। ਸੋ ਇਫ ਯੂ ਡੂ ਵੈਲ ਤਾਂ ਹੀ ਤੁਸੀਂ ਜਿਹੜਾ ਹੈ ਉਸ ਦੇ ਵਿੱਚ ਜਾ ਸਕਦੇ ਹੋ। ਅਤੇ ਉਸ ਦੇ ਨਾਲ ਇਹ ਹੋਇਆ ਹੈ ਕਿ ਜਿਹੜੇ ਤੇ ਅੱਛੇ ਸਟੂਡੈਂਟਸ ਨੇ ਦੇ ਸੈਰੀਮੋਨੀ, ਬਟ ਜੋ ਦੋ ਸਾਡੇ ਕੋਲ ਬੈਂਡਸ ਵਾਲੇ ਕੇ ਚਲੇ ਜਾਂਦੇ ਸੀਗੇ, ਉਹ ਜਿਹੜੇ ਸੀਗੇ ਉਹਨਾਂ ਨੂੰ ਤਾਂ ਪ੍ਰੋਬਲਮ ਆ ਰਹੀ ਹੈ। ਔਰ ਅਦੇ ਵੀ ਕੁਆਲਿਟੀ ਇਜ਼ ਪ੍ਰੈਫਰਡ ਬਾਏ ਦ ਯੂਨੀਵਰਸਿਟੀ ਹੈ, ਵੀ ਕਦੇ ਵੀ ਜੋ ਬਾਹਰ ਵਾਲੀ ਯੂਨੀਵਰਸਿਟੀ ਨੇ ਦੇ ਵਾਂਟ ਕੁਆਲਿਟੀ ਸਟੂਡੈਂਟਸ ਨਾਓ। ਇੱਕ ਸਰ ਪਿਛਲੇ ਕੁਝ ਸਾਲਾਂ ਤੋਂ ਨਾ, ਜਾਂ ਕੁਝ ਮਹੀਨਿਆਂ ਤੋਂ ਕਹਿ ਰਹੀਏ, ਪੰਜਾਬ 'ਚ ਮਤਲਬ ਗੁਰਦਾਸਪੁਰ ਵਰਗੇ ਸ਼ਹਿਰ 'ਚ ਵੀ ਇੱਕ ਗੈਂਗਸਟਰ ਥ੍ਰੈਟਨਿੰਗ ਕਾਲਸ ਅਤੇ ਜਿਹੜੀਆਂ ਲੋਕਲ ਲੁੱਟਾਂ ਖੋਹਾਂ ਹੋ ਰਹੀਆਂ, ਉਹ ਡੇ ਬਾਏ ਡੇ ਵੱਧ ਰਹੀਆਂ। ਉਹਦੇ ਬਾਰੇ ਤੁਸੀਂ ਤੇ ਬਹੁਤ ਮਤਲਬ ਐਕਸਪੀਰੀਅੰਸ ਆ ਤੁਹਾਨੂੰ, ਕਾਫੀ ਦੇਰ ਤੋਂ ਤੁਸੀਂ ਅਲੱਗ-ਅਲੱਗ ਗਵਰਨਮੈਂਟ ਦਾ ਵੀ ਤੁਸੀਂ ਸਾਰਾ ਕੁਝ ਦੇਖਿਆ, ਇਹਦੇ ਪਿੱਛੇ ਕੀ ਰੀਜ਼ਨ ਮੰਨਦੇ ਹੋ? ਦੇਖੋ, ਇਹ ਤਾਂ ਜਿਹੜਾ ਹੈ ਕਿ ਕਾਫੀ ਕੰਪਲੀਕੇਟਡ ਸੋਸ਼ਲ ਇਸ਼ੂ ਆ ਗਏ ਇਸ ਦੇ ਵਿੱਚ। ਇਸ ਤਰ੍ਹਾਂ ਇਹ ਹੈ ਕਿ ਸਾਡੇ ਇੱਥੇ ਇੰਪਲੋਇਮੈਂਟ ਦੀ ਜਿਹੜੀ ਹੈ ਬਹੁਤ ਘੱਟ ਹੈ। ਬਿਜ਼ਨਸ ਜਿਹੜਾ ਹੈ ਬੜਾ ਲਿਮਿਟਿਡ ਹੋ ਗਿਆ ਹੈ, ਜਿਹੜਾ ਸਕਸੈਸਫੁਲ ਬਿਜ਼ਨਸ ਰੱਖਵਾਂਗੇ। ਔਰ ਉਸ ਦੇ ਨਾਲ ਕੀ ਹੋਇਆ ਕਿ ਐਸਪੀਰੇਸ਼ਨ ਸਭ ਦੀਆਂ ਜ਼ਿਆਦਾ ਨੇ। ਹਰ ਕੋਈ ਚਾਹੁੰਦਾ ਹੈ ਕਿ ਮੇਰੇ ਕੋਲ ਅੱਛਾ 2 ਵੀਲਰ ਹੋਵੇ, ਅੱਛਾ 4 ਵੀਲਰ ਹੋਵੇ, ਅੱਛਾ ਮੇਰਾ ਘਰ ਹੋਵੇ, ਔਰ ਮੈਂ ਸੁਸਾਇਟੀ ਦੇ ਵਿੱਚ ਆਪਣੇ ਆਪ ਨੂੰ ਸ਼ੋਅ ਕਰ ਸਕਾਂ ਕਿ ਆਈ ਐਮ ਡੂਇੰਗ ਵੈਲ। ਪਰ ਹੁਣ ਕਿਉਂਕਿ ਲਿਮਿਟੇਸ਼ਨ ਇਹ ਹੈ ਕਿ ਜਿਸ ਠੀਕ ਤਰੀਕੇ ਨਾਲ ਅਸੀਂ ਸਾਡੀ ਸੁਸਾਇਟੀ ਪ੍ਰੋਗਰੈਸ ਨਹੀਂ ਕਰੇਗੀ, ਤਾਂ ਕੁਝ ਲੋਕਾਂ ਨੇ ਗਲਤ ਤਰੀਕੇ ਜਿਹੜੇ ਹਨ ਅਪਣਾਉਣੇ ਸ਼ੁਰੂ ਕਰ ਲਏ ਹਨ ਕਿ ਔਰ ਫਿਰ ਡਰੱਗਸ ਦਾ ਪ੍ਰੋਬਲਮ ਵੀ ਪੰਜਾਬ ਦੇ ਵਿੱਚ ਕਾਫੀ ਹੈ। ਨੌਰਥ ਇੰਡੀਆ ਵਿੱਚ ਵੀ ਪ੍ਰੋਬਲਮ ਹੈ, ਪੰਜਾਬ ਬੜਾ ਜ਼ਿਆਦਾ ਹੈ, ਰਾਜਸਥਾਨ 'ਚ ਵੀ ਹੈ, ਯੂਪੀ 'ਚ ਵੀ ਹੈ, ਦਿੱਲੀ 'ਚ ਵੀ ਹੈ। ਔਰ ਇਸ ਤਰ੍ਹਾਂ ਜਿਹੜਾ ਹੈ ਇਹ ਡਰੱਗਸ ਕਰਕੇ ਵੀ ਜਿਹੜਾ ਹੈ, ਔਰ ਫਿਰ ਇੱਕ ਹੋਰ ਚੀਜ਼ ਜਿਹੜੀ ਹੈ ਕਿ ਗੈਂਗਸਟਰ ਜਿਹੜਾ ਕਲਚਰ ਹੈ ਉਹ ਵੀ ਆ ਗਿਆ ਹੈ। ਆਰਗੇਨਾਈਜ਼ਡ ਕ੍ਰਾਈਮ ਜਿਹੜਾ ਹੈ ਅੱਗੇ ਨਾਲੋਂ ਵੱਧ ਗਿਆ ਹੈ। ਅੱਗੇ ਕੋਈ ਆਈਸੋ ਦੇ ਫਿਰ 1-2 ਜਣੇ ਰਹਿੰਦੇ ਸੀਗੇ, ਉਹ ਕ੍ਰਾਈਮ ਕਰਦੇ ਰਹੀਏ। ਹੁਣ ਜਦੋਂ ਇੱਥੇ ਗੈਂਗਸਟਰਸ ਬਣ ਜਾਂਦੇ ਹਨ, ਔਰ ਨਾਮ ਜਿਹੜਾ ਹੈ ਕਿ ਬਾਹਰਲੀ ਕੰਟਰੀਜ਼ ਦੇ ਵਿੱਚੋਂ ਵੀ ਉਹਨਾਂ ਦਾ ਵੀ ਲੀਡਰ ਜਿਹੜਾ ਹੈ ਉਹ ਕਹਿੰਦਾ ਹੈ ਕਿ ਆਹ ਕੰਮ ਤੁਸੀਂ ਕਰਨਾ ਹੈ, ਉਹਨਾਂ ਨੂੰ ਟਾਰਗੇਟਸ ਉੱਥੋਂ ਫਿਕਸ ਹੋ ਕੇ ਆਉਂਦੇ ਹਨ।
ਉਹ ਜਿਹੜੀ ਹੈ ਉਹ ਇੱਕ ਬੜੀ ਵੱਡੀ ਸੋਸ਼ਲ ਇਸ਼ੂ ਬਣਿਆ ਵੀ ਹੈ ਔਰ ਇਸ ਨੂੰ ਫਾਈਟ ਕਰਨਾ ਜਿਹੜਾ ਹੈ ਲਾਅ ਐਂਡ ਆਰਡਰ ਪੁਲਿਸ ਦਾ ਹੀ ਜਿਹੜਾ ਹੈ ਮੈਂ ਕਹਾਂਗਾ ਕਿ ਜ਼ਿਆਦਾ ਦੋਨੋਂ ਵਿਭਾਗਾਂ ਨਾਲ ਉਹ ਕੰਮ ਕਰਨ ਸਿਟੀਜ਼ ਕੋਈ ਵੀ ਸਿਟੀ ਹੈ ਉਸੀ ਖਾਸ ਜਿਹੜਾ ਹੈ ਜ਼ੋਨਸ ਦੇ ਵਿੱਚ ਵੰਡੇ ਜਾਵੇ ਜ਼ੋਨਸ ਦੇ ਵਿੱਚ ਪਰਮਾਨੈਂਟ ਜਿਹੜੇ ਹੈ ਕਿ ਉੱਥੇ ਪੁਲਿਸਮੈਨ ਜਿਹੜੇ ਹਨ ਉਹਨਾਂ ਦੀ ਰਿਸਪੌਂਸਿਬਿਲਟੀ ਜਿਹੜੀ ਹੈ ਉਹ ਫਿਕਸ ਕੀਤੀ ਜਾਵੇ ਔਰ ਉਹ ਜ਼ੋਨਸ ਜਿਹੜਾ ਹਨ ਬਹੁਤ ਵੱਡੀਆਂ ਨਹੀਂ ਹੋਈਆਂ ਨੇ 2 ਕਿਲੋਮੀਟਰ 2 ਕਿਲੋਮੀਟਰ 1 ਸਕੁਅਰ ਕਿਲੋਮੀਟਰ ਦੇ ਵਿੱਚ ਜਿਹੜਾ ਹੈ ਕਿ ਰਿਸਪੌਂਸਿਬਿਲਟੀ ਫਿਕਸ ਕੀਤੀ ਜਾਵੇ ਕਿ ਜੇ ਕ੍ਰਾਈਮ ਹੁੰਦਾ ਹੈ ਯੂ ਆਰ ਰਿਸਪੌਂਸਿਬਲ ਉਸ ਕੋਈ ਜਿਹੜਾ ਗਰੁੱਪ ਹੈ ਜਾਂ 2 ਜਾਂ 3 ਪੁਲਿਸਮੈਨ ਜਿਹਨੇ ਉਹਦੇ ਹੁੰਦੇ ਹਨ ਉਹਨਾਂ ਨੂੰ ਰਿਸਪੌਂਸਿਬਲ ਰੋਲ ਕਰਨਾ ਚਾਹੀਦਾ ਹੈ ਔਰ ਫਿਰ ਲੋਕਾਂ ਨੂੰ ਵੀ ਜਿਹੜਾ ਹੈ ਐਜੂਕੇਟ ਕਰਨਾ ਚਾਹੀਦਾ ਹੈ ਕਿ ਜੇ ਉਹਨਾਂ ਨਾਲ ਮਿਸਹੈਪ ਹੁੰਦੀ ਹੈ ਤਾਂ ਕਿਸ ਤਰ੍ਹਾਂ ਤੁਸੀਂ ਜਿਹੜਾ ਹੈ ਆਪਣੇ ਆਪ ਨੂੰ ਬਚਾਉਣ ਦੀ ਕੋਸ਼ਿਸ਼ ਕਰਨੀ ਹੈ ਕਿ ਔਰ ਕੀ ਤੁਹਾਨੂੰ ਜਿਹੜੇ ਹਨ ਸਟੈਪਸ ਲੈਣੇ ਚਾਹੀਦੇ ਹਨ ਜਾਂ ਆਪਣੀ ਸਿਕਿਉਰਿਟੀ ਲਈ ਤੁਹਾਨੂੰ ਕੀ ਕਰਨਾ ਚਾਹੀਦਾ ਹੈ ਕੈਮਰਾਜ਼ ਹੋਣੇ ਚਾਹੀਦੇ ਹਨ ਜਾਂ ਜੇ ਤੁਹਾਡੀ ਬਿਜ਼ਨਸ ਅੱਛਾ ਹੈ ਤਾਂ ਤੁਸੀਂ ਆਪਣੀ ਸਿਕਿਉਰਿਟੀ ਡਾਂਸ ਰੱਖੋ ਜਾਂ ਇਸ ਤਰ੍ਹਾਂ ਕੋਈ ਨਾ ਕੋਈ ਜਿਹੜਾ ਇੰਤਜ਼ਾਮ ਤੁਹਾਨੂੰ ਆਪਣੇ ਦਾ ਤੇਰੀ ਕਰਨਾ ਚਾਹੀਦਾ ਹੈ ਕਿਉਂਕਿ ਲਾਈਫ ਤਾਂ ਇੱਕ ਵਾਰੀ ਮਿਲਦੀ ਹੈ ਔਰ ਜੇ ਬਿਜ਼ਨਸ ਹੈ ਹੋ ਜਾਵੇ ਬਹੁਤ ਵੱਡਾ ਲਾਸ ਹੁੰਦਾ ਹੈ ਫੈਮਿਲੀ ਵਾਸਤੇ ਸੋਸਾਇਟੀ ਵਾਸਤੇ ਸਰ ਇੱਕ ਲਾਸਟ ਕੁਐਸਚਨ ਹਾਊ ਟੂ ਓਵਰਕਮ ਔਨ ਫੇਲੀਅਰ ਕਿਉਂਕਿ ਹਰ ਬੰਦੇ ਦੀ ਲਾਈਫ 'ਚ ਨਾ ਫੇਲੀਅਰ ਤੇ ਆਉਂਦੇ ਹੀ ਨੇ ਬਟ ਕੁਝ ਡਿਪਰੈਸ ਹੋ ਜਾਂਦੇ ਨੇ ਕੀ ਕਰਨਾ ਚਾਹੀਦਾ ਹੈ ਦੇਖੋ ਫੇਲੀਅਰ ਜਿਹੜਾ ਹੈ ਹਰ ਕੋਈ ਫੇਸ ਕਰਦਾ ਹੈ ਬਹੁਤ ਘੱਟ ਲੋਕ ਹਨ ਜਿਹੜੇ ਕਿ ਫਸਟ ਟਾਈਮ ਜਾਂ ਸੈਕੰਡ ਟਾਈਮ ਜਿਹੜੇ ਹਨ ਕਾਮਯਾਬ ਹੋ ਜਾਂਦੇ ਹਨ ਔਰ ਇਹ ਜ਼ਿੰਦਗੀ ਦਾ ਅਸੂਲ ਹੈ ਕਿ ਫੇਲੀਅਰ ਦੇ ਵਿੱਚੋਂ ਵੀ ਸ਼ੁਡ ਟਰਾਈ ਟੂ ਲਰਨ ਕਿ ਜਿਹੜਾ ਸਕਸੈਸਫੁਲ ਹੋਇਆ ਹੈ ਉਸ ਦੇ ਵਿੱਚ ਕੀ ਕੁਆਲਿਟੀ ਸੀ ਜਿਹੜੀਆਂ ਮੇਰੇ ਵਿੱਚ ਨਹੀਂ ਆ ਸੋ when you don't succeed it means you have to take another chance you are not to give up ਜੇ ਤੁਸੀਂ ਗਿਵ ਅਪ ਕਰ ਦਿਓਗੇ ਤਾਂ ਫਿਰ ਕੀ ਹੋਏਗਾ ਕਿ ਤੁਹਾਡੀ ਪ੍ਰੋਗਰੈਸ ਰੁਕ ਜਾਏਗੀ ਤੁਹਾਡੀ ਲਾਈਫ ਜਿਹੜੀ ਹੈ ਉਹ ਉੱਥੇ ਹੀ ਸਟੈਗਨੈਂਟ ਹੋ ਜਾਏਗੀ ਉਹ ਤੁਸੀਂ ਪ੍ਰੋਗਰੈਸ ਨਹੀਂ ਕਰ ਸਕਦੇ ਸੋ ਇੱਕ ਹੀ ਚੀਜ਼ ਜਿਹੜੀ ਸੋਚਣੀ ਹੈ ਕਿ ਅਸੀਂ ਅੱਗੇ ਹੀ ਵਧਣਾ ਹੈ ਪਿੱਛੇ ਮੁੜ ਕੇ ਨਹੀਂ ਦੇਖਣਾ ਅਸੀਂ ਔਰ ਉਸ ਦੇ ਨਾਲ ਕੀ ਹੈ ਕਿ ਸਾਨੂੰ ਅੱਗੇ ਨਾਲ ਜਿਹੜੀ ਸਾਡੀ ਪਲੈਨਿੰਗ ਸੀ ਉਸ ਨਾਲੋਂ ਜ਼ਿਆਦਾ ਅੱਛੀ ਪਲੈਨਿੰਗ ਕਰਨੀ ਚਾਹੀਦੀ ਹੈ ਜ਼ਿਆਦਾ ਅੱਛੀ ਸਾਨੂੰ ਤਿਆਰੀ ਕਰਨੀ ਚਾਹੀਦੀ ਹੈ ਜੇ ਸਾਡੀ ਪਲੈਨਿੰਗ ਅੱਛੀ ਹੈ ਤਿਆਰੀ ਅੱਛੀ ਹੈ ਤਾਂ ਫਿਰ ਜਿਹੜਾ ਹੈ ਸਾਨੂੰ ਜਿਹੜਾ ਅਗਲਾ ਚਾਂਸ ਮਿਲੇਗਾ ਉਸ ਦੇ ਵਿੱਚ ਅਸੀਂ ਜ਼ਰੂਰ ਕਾਮਯਾਬ ਹੋਵਾਂਗੇ ਸੋ ਵੀ ਸ਼ੁੱਡ ਨਾਟ ਗਿਵ ਅਪ ਲਾਈਫ ਇਜ਼ ਅ ਸਟਰਗਲ ਲਾਈਫ ਇਜ਼ ਨੈਵਰ ਈਜ਼ੀ ਲਾਈਫ ਤੇ ਹਮੇਸ਼ਾ ਜਿਹੜਾ ਹੈ ਸਟਰਗਲ ਕਰਨੀ ਪੈਂਦੀ ਹੈ ਭਾਵੇਂ ਓਲਡ ਏਜ ਵਿੱਚ ਪਹੁੰਚ ਜਾਓ ਤੇ ਭਾਵੇਂ ਯੰਗ ਏਜ ਵਿੱਚ ਹੋ ਤੇ ਲਾਈਫ ਕਦੀ ਵੀ ਸਮੂਥ ਨਹੀਂ ਹੁੰਦੀ ਅਨਪ੍ਰੈਡਿਕਟੇਬਲ ਹੁੰਦੀ ਹੈ ਔਰ ਇਸ ਨੂੰ ਜਿਹੜਾ ਹੈ ਕਿ ਆਪਣਾ ਸਿਰ ਮੱਥੇ ਜਿਹੜਾ ਹੈ ਜੋ ਵੀ ਹਾਲਾਤ ਹੁੰਦੇ ਹਨ ਉਹਨਾਂ ਨੂੰ ਜਿਹੜਾ ਹੈ ਉਸ ਦਾ ਸਾਹਮਣਾ ਕਰੋ ਜੇ ਤੁਸੀਂ ਸਾਹਮਣਾ ਨਹੀਂ ਕਰੋਗੇ ਤਾਂ ਹਾਲਾਤ ਤੁਹਾਡੇ ਤੇ ਕਾਬੂ ਪਾਣੇ ਬਹੁਤ ਵਧੀਆ ਲੱਗਾ ਸਰ ਨਾਲ ਮਿਲ ਕੇ ਇੱਕ ਤੁਸੀਂ ਕਦੀ ਵੀ ਸੋਚੋ ਨਾ ਲਾਈਕ ਇਮੈਜਿਨ ਵੀ ਕਰੋ ਕਿ ਇੱਕ ਦਿਨ ਤੁਸੀਂ ਆਪਣੀ ਕਿਸੇ ਰਾਈਟ ਆਰਮ ਜਾਂ ਲੈਫਟ ਆਰਮ ਦੇ ਬਿਨਾਂ ਕੰਮ ਕਰਨਾ ਹੋਏ ਇਮੈਜਿਨ ਨਹੀਂ ਕਰ ਸਕਦੇ ਸੀ ਬਟ ਸਰ ਨੇ ਉਸ ਚੀਜ਼ ਨੂੰ ਬਹੁਤ ਛੋਟਾ ਸਾਬਿਤ ਕਰਤਾ ਆਪਣੀ ਅਚੀਵਮੈਂਟ ਦੇ ਥਰੂ 5 ਡਿਗਰੀਜ਼ ਨੇ ਨੋਰਮਲ ਬੰਦਾ 1 ਡਿਗਰੀ ਵੀ ਨਹੀਂ ਲੈ ਪਾਉਂਦਾ ਆਪਣੀ ਲਾਈਫ 'ਚ ਪੂਰੀ ਸਾਨੂੰ ਉਹਨਾਂ ਕੋਲੋਂ ਇੰਸਪੀਰੇਸ਼ਨ ਮਿਲਦੀ ਹੈ ਕਿ ਲਾਈਕ ਕੁਝ ਵੀ ਹੋਏ ਲਾਈਫ 'ਚ ਛੋਟਾ ਮੋਟਾ ਜਾਂ ਵੱਡੀ ਵੀ ਮਿਸ ਹੈਪਨਿੰਗ ਹੋਏ ਸਾਨੂੰ ਆਪਣੀ ਸਟਰੈਂਥ ਆਪਣੀ ਵਿਲ ਪਾਵਰ ਅਤੇ ਮੋਟੀਵੇਸ਼ਨ ਮਤਲਬ ਰੱਖਣੀ ਚਾਹੀਦੀ ਹੈ ਸੋ ਦੈਟ ਕਿ ਅਸੀਂ ਸਕਸੈਸ ਹਾਸਿਲ ਕਰੀਏ ਨਾ ਕਿ ਬਹਾਨੇਬਾਜ਼ੀ ਜਾਂ ਫੇਲੀਅਰ ਦੇ ਵੱਲ ਜਾਈਏ ਜਾਂ ਡਿਪਰੈਸ਼ਨ ਵੱਲ ਜਾਈਏ ਇਹਦੇ ਨਾਲ ਹੀ ਮੈਂ ਤੁਹਾਡੇ ਕੋਲ ਇਜਾਜ਼ਤ ਹੈ ਨਾ ਬਹੁਤ ਬਹੁਤ ਧੰਨਵਾਦ ਸਰ ਤੁਹਾਡਾ ਸਾਡੇ ਸ਼ੋਅ 'ਚ ਆਉਣ ਦਾ ਥੈਂਕ ਯੂ ਸੋ ਮਚ ਮਿਲਦੇ ਹਾਂ ਨੈਕਸਟ ਐਪੀਸੋਡ 'ਚ